ਸਵਾਗਤ ਹੈ ਤੁਹਾਡਾ YouTube ਚੈਨਲ ਸਟੋਰੀ ਪੰਜਾਬੀ ਦੇ ਵਿੱਚ। ਅੱਜ ਅਸੀਂ ਐਕਸਪਲੇਨ ਕਰ ਰਹੇ ਹਾਂ 2019 ਵਿੱਚ ਰਿਲੀਜ਼ ਹੋਈ ਇੱਕ ਰਸ਼ੀਅਨ ਮੂਵੀ ਸਨ ਆਫ ਅ ਰਿਚ। ਰਸ਼ੀਆ ਦੇ ਸਭ ਤੋਂ ਅਮੀਰ ਆਦਮੀ ਦੀ ਇੱਕ ਵਿਗੜੀ ਹੋਈ ਔਲਾਦ ਗਰੀਸ਼ਾ, ਜੋ ਆਪਣਾ ਸਾਰਾ ਟਾਈਮ ਨਾਈਟ ਕਲੱਬ, ਪਾਰਟੀਜ਼, ਲੋਕਾਂ ਨੂੰ ਪਰੇਸ਼ਾਨ ਕਰਨ ਅਤੇ ਰੂਲਸ ਤੋੜਨ ਵਿੱਚ ਬਿਤਾਉਂਦਾ ਰਹਿੰਦਾ ਹੈ। ਗਰੀਸ਼ਾ ਇੰਨਾ ਜ਼ਿਆਦਾ ਅਮੀਰ ਹੈ ਕਿ ਉਹ ਦੂਸਰਿਆਂ ਨੂੰ ਆਪਣੇ ਸਾਹਮਣੇ ਕੁਝ ਨਹੀਂ ਸਮਝਦਾ। ਗਰੀਸ਼ਾ ਇੱਕ ਰਾਤ ਨੂੰ ਇੱਕ ਲੜਕੀ ਨੂੰ ਪਰੇਸ਼ਾਨ ਕਰਨ ਤੋਂ ਬਾਅਦ ਸੜਕ 'ਤੇ ਆਪਣੀ ਲਗਜ਼ਰੀ ਕਾਰ ਅੰਧਾਧੁੰਦ ਚਲਾ ਰਿਹਾ ਸੀ। ਟ੍ਰੈਫਿਕ ਪੁਲਿਸ ਵਾਲਾ ਉਸਨੂੰ ਰੋਕ ਦਿੰਦਾ ਹੈ, ਲੇਕਿਨ ਉਹ ਟ੍ਰੈਫਿਕ ਪੁਲਿਸ ਵਾਲੇ ਦੇ ਮੂੰਹ 'ਤੇ ਨੋਟ ਸੁੱਟਦਾ, ਜਿਵੇਂ ਕਿ ਉਹ ਹਮੇਸ਼ਾ ਕਰਦਾ ਆ ਰਿਹਾ। ਲੇਕਿਨ ਇਹ ਪੁਲਿਸ ਵਾਲਾ ਡਰਾਈਵ ਨਹੀਂ ਲੈਂਦਾ ਅਤੇ ਉਹ ਗਰੀਸ਼ਾ ਨੂੰ ਰੋਕਣ ਦੀ ਕੋਸ਼ਿਸ਼ ਕਰਦਾ, ਪਰ ਗਰੀਸ਼ਾ ਨੂੰ ਦੂਸਰੇ ਲੋਕਾਂ ਦੀ ਪਰਵਾਹ ਬਿਲਕੁਲ ਵੀ ਨਹੀਂ ਸੀ ਅਤੇ ਉਹ ਕਾਰ ਚਲਾ ਦਿੰਦਾ ਅਤੇ ਹੱਸਦਾ ਰਹਿੰਦਾ। ਪੁਲਿਸ ਗਰੀਸ਼ਾ ਨੂੰ ਜੇਲ੍ਹ ਵਿੱਚ ਬੰਦ ਕਰ ਦਿੰਦੀ ਹੈ ਅਤੇ ਗਰੀਸ਼ਾ ਦੇ ਫਾਦਰ, ਜੋ ਕਿ ਖੁਦ ਉਸ ਤੋਂ ਬਹੁਤ ਪਰੇਸ਼ਾਨ ਸਨ, ਆਪਣੇ ਇੱਕ ਪੁਲਿਸ ਆਫਿਸਰ ਦੋਸਤ ਦੇ ਨਾਲ ਆਉਂਦੇ ਹਨ ਅਤੇ ਪੁਲਿਸ ਆਫਿਸਰ ਗਰੀਸ਼ਾ ਦੇ ਫਾਦਰ ਨੂੰ ਦੱਸਦਾ ਹੈ ਕਿ ਤੁਹਾਡਾ ਬੇਟਾ ਇੰਨਾ ਜ਼ਿਆਦਾ ਵਿਗੜ ਗਿਆ ਹੈ ਕਿ ਟ੍ਰੈਫਿਕ ਪੁਲਿਸ ਵਾਲੇ ਨੂੰ ਸੜਕ 'ਤੇ ਅੱਧੀ ਰਾਤ ਘੜੀਸਦਾ ਰਿਹਾ ਅਤੇ ਹੁਣ ਉਹ ਹਸਪੀਟਲਾਈਜ਼ਡ ਹੋ ਗਿਆ। ਉਹਦੇ ਫਾਦਰ ਉਸਨੂੰ ਖਿੱਚ ਕੇ ਬਾਹਰ ਲਿਆਉਂਦੇ ਹਨ ਅਤੇ ਬਹੁਤ ਗੁੱਸਾ ਕਰਦੇ ਹਨ, ਪਰ ਗਰੀਸ਼ਾ ਉਹਨਾਂ ਦੇ ਸਾਹਮਣੇ ਸਿਗਰਟ ਪੀਣ ਲੱਗਦਾ ਹੈ, ਕਿਉਂਕਿ ਗਰੀਸ਼ਾ ਨੂੰ ਇਹ ਲੱਗਦਾ ਸੀ ਕਿ ਉਹ ਆਪਣੇ ਪਿਤਾ ਦਾ ਇਕਲੌਤਾ ਬੇਟਾ ਹੈ, ਇਸ ਲਈ ਉਸਦਾ ਫਾਦਰ ਉਸਨੂੰ ਡਾਂਟਣ ਤੋਂ ਇਲਾਵਾ ਕੁਝ ਨਹੀਂ ਕਰ ਸਕਦਾ। ਗਰੀਸ਼ਾ ਦੇ ਫਾਦਰ ਪਰੇਸ਼ਾਨ ਹੋ ਕੇ ਉੱਥੋਂ ਚਲੇ ਜਾਂਦੇ ਹਨ ਅਤੇ ਗਰੀਸ਼ਾ ਨੂੰ ਸੁਧਾਰਨ ਲਈ ਆਪਣੀ ਇੱਕ ਫੀਮੇਲ ਫਰੈਂਡ ਐਨੈਸਟੀਸੀਆ ਦੇ ਕੋਲ ਜਾਂਦੇ ਹਨ, ਜੋ ਕਿ ਇੱਕ TV ਪ੍ਰੋਡਿਊਸਰ ਹੈ। ਉਹ ਗਰੀਸ਼ਾ ਦੇ ਫਾਦਰ ਨੂੰ ਆਪਣੇ ਇੱਕ ਫਰੈਂਡ, ਜੋ ਕਿ ਹੋਰਰ ਮੂਵੀ ਵਿੱਚ ਅਤੇ ਸੈੱਟ ਡਿਜ਼ਾਈਨਿੰਗ ਦੇ ਸਪੈਸ਼ਲਿਸਟ ਹਨ, ਉਸਦੇ ਕੋਲ ਲੈ ਕੇ ਜਾਂਦੀ ਹੈ। ਗਰੀਸ਼ਾ ਦੇ ਫਾਦਰ ਅਤੇ ਐਨੈਸਟੀਸੀਆ ਜਦੋਂ ਲੀਵ ਦੇ ਘਰ ਆਉਂਦੇ ਹਨ ਤਾਂ ਦੇਖਦੇ ਹਨ ਕਿ ਲੀਵ ਇੱਕ ਰੱਸੀ ਦੇ ਨਾਲ ਲਟਕਿਆ ਹੋਇਆ ਹੈ, ਪਰ ਇਹ ਸਭ ਫੇਕ ਸੀ। ਇਹ ਸਭ ਉਸਨੇ ਡਿਜ਼ਾਈਨ ਕੀਤਾ ਸੀ। ਇਹੋ ਜਿਹੇ ਡਿਜ਼ਾਈਨ ਅਤੇ ਡਿਵਾਈਸਿਸ ਬਣਾ ਕੇ ਉਹ ਲੋਕਾਂ ਨੂੰ ਅਕਸਰ ਹੀ ਚੌਂਕਾ ਦਿੰਦਾ ਸੀ। ਗਰੀਸ਼ਾ ਦੇ ਫਾਦਰ ਨੂੰ ਆਪਣਾ ਅੰਗੂਠਾ ਕੱਟ ਕੇ ਦਿਖਾਉਂਦਾ ਹੈ, ਜੋ ਕਿ ਅਸਲੀ ਨਹੀਂ ਸੀ। ਗਰੀਸ਼ਾ ਦੇ ਫਾਦਰ ਲੀਵ ਨੂੰ ਆਪਣੇ ਬੇਟੇ ਬਾਰੇ ਦੱਸਦੇ ਹਨ ਅਤੇ ਉਸਨੂੰ ਸੁਧਾਰਨ ਲਈ ਕੁਝ ਪਲਾਨ ਕਰਨ ਲਈ ਕਹਿੰਦੇ ਹਨ। ਇੱਕ ਰਾਤ ਨੂੰ ਗਰੀਸ਼ਾ ਪਾਰਟੀ ਕਰਕੇ ਵਾਪਸ ਆਉਂਦਾ ਹੈ ਤਾਂ ਉਹ ਦੇਖਦਾ ਹੈ ਕਿ ਉਸਦੀ ਲਗਜ਼ਰੀ ਕਾਰ ਨੂੰ ਕੋਈ ਵੈਨ ਲੈ ਜਾ ਰਹੀ ਹੁੰਦੀ ਹੈ, ਤਾਂ ਉਹ ਉਸਦੇ ਪਿੱਛੇ ਭੱਜਣ ਲੱਗਦਾ। ਗਰੀਸ਼ਾ ਨੂੰ ਪਿੱਛੋਂ ਕੋਈ ਸ਼ੂਟ ਕਰ ਦਿੰਦਾ, ਜਿਸ ਦੀ ਵਜ੍ਹਾ ਨਾਲ ਉਹ ਬੇਹੋਸ਼ ਹੋ ਜਾਂਦਾ ਹੈ। ਗਰੀਸ਼ਾ ਅਗਲੀ ਸਵੇਰ ਜਦੋਂ ਉੱਠਦਾ ਹੈ ਤਾਂ ਉਹ ਆਪਣੇ ਆਪ ਨੂੰ ਘੋੜਿਆਂ ਦੇ ਅਸਤਬਲ ਵਿੱਚ ਦੇਖਦਾ। ਉਦੋਂ ਹੀ ਇੱਕ ਆਦਮੀ ਗਰੀਸ਼ਾ ਨੂੰ ਫੜ ਕੇ ਬਾਹਰ ਲੈ ਜਾਂਦਾ ਹੈ ਅਤੇ ਉਸਨੂੰ ਲੱਤਾਂ ਮਾਰਨ ਲੱਗਦਾ ਹੈ। ਉਹ ਆਦਮੀ ਕਹਿੰਦਾ ਹੈ ਕਿ ਕੱਲ੍ਹ ਰਾਤ ਨੂੰ ਮੈਂ ਤੈਨੂੰ ਘੋੜੇ ਤਿਆਰ ਕਰਨ ਲਈ ਕਿਹਾ ਸੀ, ਤੂੰ ਘੋੜੇ ਤਿਆਰ ਕਿਉਂ ਨਹੀਂ ਕੀਤੇ? ਗਰੀਸ਼ਾ ਕਹਿੰਦਾ ਹੈ, ਕੱਲ੍ਹ ਰਾਤ ਨੂੰ? ਮੈਂ ਤਾਂ ਤੈਨੂੰ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ। ਉਦੋਂ ਹੀ ਉੱਥੇ ਉਸ ਪਿੰਡ ਦਾ ਲੈਂਡ ਓਨਰ ਡਿਮਿਟਰੀ ਆਉਂਦਾ ਹੈ, ਜੋ ਆਪਣੇ ਬੇਟੇ ਅਲੈਕਸੀ ਨੂੰ ਚਾਬੁਕ ਮਾਰਨ ਲਈ ਕਹਿੰਦਾ ਹੈ, ਤਾਂ ਅਲੈਕਸੀ ਚਾਬੁਕ ਐਫਡੀ ਨੂੰ ਦਿੰਦਾ ਹੈ। ਐਫਡੀ ਗਰੀਸ਼ਾ ਨੂੰ ਚਾਬੁਕ ਨਾਲ ਬਹੁਤ ਮਾਰਦਾ ਹੈ। ਲੈਂਡ ਓਨਰ ਕਹਿੰਦਾ ਹੈ ਕਿ ਮੇਰੀ ਚਾਹ ਖਤਮ ਹੋਣ ਤੋਂ ਪਹਿਲਾਂ ਮੇਰਾ ਘੋੜਾ ਤਿਆਰ ਹੋ ਜਾਣਾ ਚਾਹੀਦਾ ਹੈ। ਗਰੀਸ਼ਾ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਇਹ ਕੀ ਚੱਲ ਰਿਹਾ ਹੈ। ਆਰਟੀਐਮ ਗਰੀਸ਼ਾ ਨੂੰ ਅਸਤਬਲ ਦੇ ਅੰਦਰ ਲੈ ਕੇ ਜਾਂਦਾ ਹੈ, ਜਿੱਥੇ ਗਰੀਸ਼ਾ ਉਸਨੂੰ ਕਹਿੰਦਾ ਹੈ ਕਿ ਮੈਂ ਕਾਲ ਕਰਨੀ ਹੈ। ਮੈਂ ਜੇ ਆਪਣੇ ਪਿਤਾ ਨੂੰ ਦੱਸ ਦਿੱਤਾ ਤਾਂ ਸਭ ਦੀ ਵਾਟ ਲੱਗ ਜਾਏਗੀ। ਆਰਟੀਐਮ ਕਹਿੰਦਾ ਹੈ ਕਿ ਇਹ ਕਾਲ ਵਗੈਰਾ ਕੀ ਹੁੰਦਾ, ਮੈਨੂੰ ਤਾਂ ਕੁਝ ਨਹੀਂ ਪਤਾ, ਚੁੱਪਚਾਪ ਘੋੜਾ ਤਿਆਰ ਕਰ ਲੈ, ਨਹੀਂ ਤਾਂ ਚਾਬੁਕ ਦੀ ਮਾਰ ਹੋਰ ਖਾਣੀ ਪਏਗੀ। ਗਰੀਸ਼ਾ ਨੂੰ ਕੁਝ ਸਮਝ ਨਹੀਂ ਆਉਂਦਾ ਤਾਂ ਉਹ ਉੱਥੋਂ ਭੱਜਣ ਲੱਗਦਾ ਅਤੇ ਕਹਿੰਦਾ ਕਿ ਪੁਲਿਸ ਨੂੰ ਫੋਨ ਕਰੋ। ਗਰੀਸ਼ਾ ਭੱਜਦਾ ਹੋਇਆ ਦੇਖਦਾ ਹੈ ਕਿ ਪੂਰਾ 18th ਸੈਂਚੁਰੀ ਦੇ ਪਿੰਡ ਦਾ ਮਾਹੌਲ ਹੈ। ਫਿਲਹਾਲ ਉਸਨੂੰ ਅਜਿਹਾ ਲੱਗਦਾ ਹੈ ਕਿ ਉਹ ਰਸ਼ੀਆ ਦੇ ਕਿਸੇ ਪਿੰਡ 'ਚ ਆ ਗਿਆ ਹੈ, ਇਸ ਲਈ ਉਹ ਇੱਥੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਅਤੇ ਭੱਜਦੇ ਭੱਜਦੇ ਫੜਿਆ ਜਾਂਦਾ ਹੈ ਅਤੇ ਗਰੀਸ਼ਾ ਨੂੰ ਹੁਣ ਹੋਰ ਲੋਕਾਂ ਦੇ ਨਾਲ ਹੀ ਫਾਂਸੀ ਲੱਗਣ ਵਾਲੀ ਹੁੰਦੀ ਹੈ, ਕਿਉਂਕਿ ਉਸਨੇ ਇੱਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਗਰੀਸ਼ਾ ਨੂੰ ਫਾਂਸੀ ਲੱਗਣ ਹੀ ਵਾਲੀ ਹੁੰਦੀ ਹੈ ਕਿ ਉੱਥੇ ਲੈਂਡ ਓਨਰ ਦੀ ਬੇਟੀ ਅਗਲਿਆ ਆ ਜਾਂਦੀ ਹੈ ਅਤੇ ਆਪਣੇ ਫਾਦਰ ਨੂੰ ਕਹਿੰਦੀ ਹੈ ਕਿ ਅੱਜ ਮੇਰਾ ਬਰਥਡੇ ਹੈ, ਅੱਜ ਕਿਸੇ ਨੂੰ ਫਾਂਸੀ ਨਹੀਂ ਹੋਣੀ ਚਾਹੀਦੀ। ਪਿੰਡ 'ਚ ਹੋ ਰਹੀਆਂ ਇਹ ਸਭ ਚੀਜ਼ਾਂ ਅਸਮਾਨ ਵਿੱਚ ਉੱਪਰ ਉੱਡਦਾ ਇੱਕ ਬਰਡ ਦੇਖ ਰਿਹਾ ਹੁੰਦਾ ਹੈ। ਇਹ ਬਰਡ ਪਿੰਡ ਦੇ ਬਾਹਰ ਬਣੀ ਇੱਕ ਬਿਲਡਿੰਗ 'ਚ ਪਹੁੰਚਦਾ ਹੈ, ਜਿੱਥੇ ਪਤਾ ਲੱਗਦਾ ਹੈ ਕਿ ਇਹ ਕੋਈ ਬਰਡ ਨਹੀਂ ਹੈ, ਇਹ ਬਰਡ ਦੀ ਸ਼ੇਪ 'ਚ ਬਣਿਆ ਇੱਕ ਡਰੋਨ ਹੈ, ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਕੋਈ ਟਾਈਮ ਟਰੈਵਲ ਨਹੀਂ ਹੈ। ਇਹ ਗਰੀਸ਼ਾ ਦੇ ਪਾਪਾ ਨੇ ਗਰੀਸ਼ਾ ਨੂੰ ਸਬਕ ਸਿਖਾਉਣ ਲਈ ਪੂਰਾ ਸੈਟਅਪ ਤਿਆਰ ਕਰਵਾਇਆ ਹੈ, ਜਿਸ ਵਿੱਚ TV ਪ੍ਰੋਡਿਊਸਰ ਐਨੈਸਟੀਸੀਆ ਅਤੇ ਉਸਦੇ ਹੌਰਰ ਮੂਵੀ ਦੇ ਫਰੈਂਡ ਲੀਵ ਨੇ ਪੂਰੇ ਪਿੰਡ ਦਾ ਸੈਟਅਪ ਤਿਆਰ ਕਰਾਇਆ ਹੈ, ਜਿਸ ਵਿੱਚ ਗਰੀਸ਼ਾ ਨੂੰ ਇਹ ਫੀਲ ਹੋਏਗਾ ਕਿ ਉਹ 18th ਸੈਂਚੁਰੀ ਦੇ ਪਿੰਡ 'ਚ ਹੈ, ਜਿੱਥੇ ਉਹ ਆਲਮੋਸਟ ਇੱਕ ਸਲੇਵ ਦੀ ਜ਼ਿੰਦਗੀ ਜੀਏਗਾ। ਇੱਥੇ ਕੰਮ ਕਰਨ ਵਾਲੇ ਸਾਰੇ ਲੋਕ ਐਕਟਰਸ ਹਨ ਅਤੇ ਪਿੰਡ ਵਿੱਚ ਅਲੱਗ-ਅਲੱਗ ਜਗ੍ਹਾ ਹਿਡਨ ਕੈਮਰਾਜ਼ ਲਗਾਏ ਗਏ ਹਨ ਅਤੇ ਮਾਈਕਰੋਫੋਨ ਦੇ ਜ਼ਰੀਏ ਸਾਰੇ ਐਕਟਰਸ ਨੂੰ ਇੰਸਟਰਕਸ਼ਨਸ ਦਿੱਤੀਆਂ ਜਾਣਗੀਆਂ ਕਿ ਕਿਸਨੇ ਕੀ ਕਰਨਾ ਹੈ ਅਤੇ ਅਗਰ ਗਲਤੀ ਨਾਲ ਕੁਝ ਵੀ ਗੜਬੜ ਹੁੰਦਾ ਹੈ ਤਾਂ ਇੱਥੇ ਇੱਕ ਸਨਾਈਪਰ ਤੈਨਾਤ ਕੀਤਾ ਗਿਆ ਹੈ, ਜੋ ਕਿ ਟਰਾਂਕੁਲਾਈਜ਼ਰ ਗਨ ਨਾਲ ਗਰੀਸ਼ਾ ਨੂੰ ਕਿਸੇ ਵੀ ਟਾਈਮ ਬੇਹੋਸ਼ ਕਰ ਸਕਦਾ ਹੈ। ਅਤੇ ਇੰਨੇ ਵੱਡੇ ਅਤੇ ਮਹਿੰਗੇ ਸੈਟਅਪ ਲਈ ਗਰੀਸ਼ਾ ਦੇ ਫਾਦਰ ਦੇ ਕੋਲ ਬਹੁਤ ਸਾਰੇ ਪੈਸੇ ਸਨ, ਪਰ ਉਹ ਗਰੀਸ਼ਾ ਨੂੰ ਸੁਧਾਰਨਾ ਚਾਹੁੰਦੇ ਸਨ। ਉੱਧਰ ਗਰੀਸ਼ਾ ਇਹ ਸੋਚ ਰਿਹਾ ਹੁੰਦਾ ਹੈ ਕਿ ਉਹ ਟਾਈਮ ਟਰੈਵਲ ਕਰਕੇ ਸ਼ਾਇਦ ਪਾਸਟ ਵਿੱਚ ਆ ਗਿਆ ਹੈ। ਗਰੀਸ਼ਾ ਦੀ ਹਾਲਤ ਬਹੁਤ ਬੁਰੀ ਸੀ। ਉਸਨੂੰ ਜ਼ਮੀਨ 'ਤੇ ਨੀਂਦ ਨਹੀਂ ਆ ਰਹੀ ਸੀ। ਉਸਨੂੰ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ ਪੈਂਦਾ ਹੈ। ਉਸਨੂੰ ਜੰਗਲ ਵਿੱਚ ਬਾਥਰੂਮ ਜਾਣਾ ਪੈਂਦਾ ਹੈ। ਉਸਨੂੰ ਘਟੀਆ ਨਾਸ਼ਤਾ ਮਿਲਦਾ ਹੈ ਅਤੇ ਡਿਸਿਪਲਿਨ ਵਿੱਚ ਨਾ ਰਹਿਣ 'ਤੇ ਚਾਬੁਕ ਨਾਲ ਮਾਰ ਖਾਣੀ ਪੈਂਦੀ ਹੈ।
ਇੱਕ ਦਿਨ ਗਰੀਸ਼ਾ ਖੇਤ ਵਿੱਚ ਬੈਠਾ ਹੁੰਦਾ ਅਤੇ ਉਸਨੂੰ ਕਿਸੇ ਦੇ ਰੋਣ ਦੀ ਆਵਾਜ਼ ਸੁਣਦੀ ਹੈ। ਉਹ ਦੇਖਦਾ ਹੈ ਕਿ ਅਗਲਿਆ ਰੋ ਰਹੀ ਹੁੰਦੀ ਹੈ। ਅਗਲਿਆ ਦੱਸਦੀ ਹੈ ਕਿ ਉਸਦੇ ਫਾਦਰ ਉਸਦੀ ਸ਼ਾਦੀ ਇੱਕ ਰਿਚ ਪਰ ਬੁੱਢੇ ਆਦਮੀ ਨਾਲ ਕਰਨਾ ਚਾਹੁੰਦੇ ਹਨ, ਇਸ ਲਈ ਉਹ ਬਹੁਤ ਦੁਖੀ ਹੈ। ਗਰੀਸ਼ਾ ਕਹਿੰਦਾ ਹੈ ਕਿ ਇਹ ਤਾਂ ਚੰਗੀ ਗੱਲ ਹੈ, ਬੁੱਢਾ ਜਲਦੀ ਹੀ ਮਰ ਜਾਏਗਾ ਤਾਂ ਸਾਰੀ ਦੌਲਤ ਤੂੰ ਰੱਖ ਲਈ। ਇੱਕ ਦਿਨ ਗਰੀਸ਼ਾ ਚਿਕਨ ਸੂਪ ਬਣਾਉਣ ਲਈ ਇੱਕ ਚਿਕਨ ਚੁਰਾ ਲੈਂਦਾ ਹੈ ਕਿਉਂਕਿ ਇੱਥੇ ਦੇ ਵੈਜੀਟੇਰੀਅਨ ਖਾਣੇ ਤੋਂ ਉਹ ਬੋਰ ਹੋ ਚੁੱਕਾ ਸੀ। ਗਰੀਸ਼ਾ ਦਾ ਫਰੈਂਡ ਜਦੋਂ ਗਰੀਸ਼ਾ ਤੋਂ ਚਿਕਨ ਸੂਪ ਮੰਗਦਾ ਹੈ ਤਾਂ ਉਹ ਕਹਿੰਦਾ ਹੈ ਕਿ ਮੈਂ ਤਾਂ ਸਾਰਾ ਚਿਕਨ ਸੂਪ ਖਤਮ ਕਰ ਦਿੱਤਾ ਹੈ। ਗਰੀਸ਼ਾ ਦਾ ਫਰੈਂਡ ਕਹਿੰਦਾ ਹੈ ਕਿ ਮੈਂ ਤੇਰੇ ਲਈ ਤੇਰਾ ਸਾਰਾ ਕੰਮ ਕੀਤਾ ਹੈ, ਤਾਂ ਗਰੀਸ਼ਾ ਕਹਿੰਦਾ ਹੈ ਕਿ ਫਿਰ ਮੈਂ ਵੀ ਤਾਂ ਤੇਰੇ ਹਿੱਸੇ ਦਾ ਸਾਰਾ ਸੂਪ ਖਤਮ ਕਰ ਦਿੱਤਾ ਹੈ। ਐਡਵਿਨ ਨੂੰ ਜਦੋਂ ਪਤਾ ਲੱਗਦਾ ਹੈ ਕਿ ਚਿਕਨ ਗਾਇਬ ਹੈ ਤਾਂ ਉਹ ਸਾਰੇ ਘੋੜੇ ਦੇ ਗਵਾਲਿਆਂ ਨੂੰ ਇਕੱਠੇ ਕਰਦਾ ਹੈ ਅਤੇ ਉਹਨਾਂ ਕੋਲੋਂ ਪੁੱਛਦਾ ਹੈ ਕਿ ਦੱਸ ਦਿਓ ਕਿਸਨੇ ਚਿਕਨ ਚੋਰੀ ਕੀਤਾ ਹੈ, ਨਹੀਂ ਤਾਂ ਮੈਂ ਰੈਂਡਮਲੀ ਕਿਸੇ ਨੂੰ ਸਿਲੈਕਟ ਕਰਕੇ ਉਸਨੂੰ ਚਾਬੁਕ ਨਾਲ ਮਾਰਾਂਗਾ। ਐਡਵਿਨ ਗਰੀਸ਼ਾ ਦੇ ਫਰੈਂਡ ਨੂੰ ਲੈ ਜਾਂਦਾ ਹੈ ਅਤੇ ਐਵੀਡੈਂਟਲੀ ਗਰੀਸ਼ਾ ਇੱਥੇ ਵੀ ਕੋਈ ਸਿੰਪਥੀ ਫੇਸ ਨਹੀਂ ਕਰਦਾ, ਉਸਨੂੰ ਅਜੇ ਵੀ ਕੋਈ ਫਰਕ ਨਹੀਂ ਪੈ ਰਿਹਾ ਹੁੰਦਾ। ਥੋੜ੍ਹੀ ਦੇਰ ਬਾਅਦ ਗਰੀਸ਼ਾ ਦਾ ਫਰੈਂਡ ਉਸਨੂੰ ਆਪਣੀ ਪਿੱਠ ਉੱਤਲੇ ਮਾਰ ਦੇ ਨਿਸ਼ਾਨ ਦਿਖਾਉਂਦਾ ਹੈ, ਜੋ ਕਿ ਅਸਲ ਵਿੱਚ ਇੱਕ ਰੀਅਲਿਸਟਿਕ ਮੇਕਅਪ ਸੀ, ਪਰ ਗਰੀਸ਼ਾ ਨੂੰ ਅਜੇ ਵੀ ਕੋਈ ਫਰਕ ਨਹੀਂ ਪੈ ਰਿਹਾ ਸੀ। ਉਦੋਂ ਹੀ ਗਰੀਸ਼ਾ ਦੇਖਦਾ ਹੈ ਕਿ ਇੱਕ ਕੁੜੀ ਲੀਜ਼ਾ ਘੋੜੇ ਤੋਂ ਨੀਚੇ ਉਤਰ ਰਹੀ ਹੁੰਦੀ ਹੈ ਤਾਂ ਉਸਦੀ ਅੰਡਰਵੇਅਰ ਦੇਖ ਲੈਂਦਾ। ਥੋੜ੍ਹੀ ਦੇਰ ਸੋਚਣ ਤੋਂ ਬਾਅਦ ਗਰੀਸ਼ਾ ਨੂੰ ਰਿਅਲਾਈਜ਼ ਹੋਇਆ ਕਿ ਇਹ ਕੁੜੀ ਮਾਡਰਨ ਅੰਡਰਵੇਅਰ ਪਾ ਕੇ ਕਿੱਦਾਂ ਘੁੰਮ ਰਹੀ, ਇਹ ਤਾਂ 1860 ਹੈ। ਗਰੀਸ਼ਾ ਦੌੜ ਕੇ ਉਸ ਕੁੜੀ ਦੇ ਕੋਲ ਜਾਂਦਾ ਹੈ ਅਤੇ ਉਸਨੂੰ ਅੰਡਰਵੇਅਰ ਦਿਖਾਉਣ ਲਈ ਕਹਿੰਦਾ ਹੈ। ਉਹ ਕਹਿੰਦਾ ਹੈ ਕਿ ਤੇਰੇ ਕੋਲ ਫਿਊਚਰ ਦੇ ਅੰਡਰਵੇਅਰਸ ਕਿੱਥੋਂ ਆ ਗਏ। ਉਹ ਉਸਦੇ ਨਾਲ ਜ਼ਬਰਦਸਤੀ ਕਰਨ ਲੱਗਦਾ ਹੈ, ਲੇਕਿਨ ਉਦੋਂ ਹੀ ਉੱਥੇ ਦੂਜੇ ਪਿੰਡ ਵਾਲੇ ਜਾਂ ਫੇਕ ਐਕਟਰਸ ਆ ਜਾਂਦੇ ਹਨ ਅਤੇ ਲੀਜ਼ਾ ਘੋੜੇ 'ਤੇ ਬੈਠ ਕੇ ਉੱਥੋਂ ਚਲੀ ਜਾਂਦੀ ਹੈ। ਇੱਧਰ ਕੰਟਰੋਲਡ ਬਿਲਡਿੰਗ ਵਿੱਚ ਗਰੀਸ਼ਾ ਦੇ ਫਾਦਰ ਇਹ ਸਭ ਬੰਦ ਕਰਨ ਲਈ ਕਹਿੰਦੇ ਹਨ ਕਿਉਂਕਿ ਉਹਨਾਂ ਦਾ ਬੇਟਾ ਅਜੇ ਵੀ ਨਹੀਂ ਸੁਧਰਿਆ ਸੀ, ਅਜੇ ਵੀ ਉਹ ਲੜਕੀਆਂ ਦੇ ਨਾਲ ਜ਼ਬਰਦਸਤੀ ਕਰਨ 'ਤੇ ਉੱਤਰ ਆਇਆ ਸੀ। ਲੇਕਿਨ ਉਸੇ ਸਮੇਂ ਉੱਥੇ ਇੱਕ ਨਿਊਜ਼ ਆਉਂਦੀ ਹੈ ਕਿ ਗਰੀਸ਼ਾ ਲੀਜ਼ਾ ਕੋਲੋਂ ਮਾਫ਼ੀ ਮੰਗਣਾ ਚਾਹੁੰਦਾ ਹੈ ਤਾਂ ਉਹਨਾਂ ਨੂੰ ਇੱਕ ਪੋਜ਼ੀਟਿਵ ਡਿਵੈਲਪਮੈਂਟ ਦਿਖੀ ਤਾਂ ਉਹ ਲੀਜ਼ਾ ਨੂੰ ਇੰਸਟਰਕਟ ਕਰਦੇ ਹਨ ਕਿ ਉਹ ਗਰੀਸ਼ਾ ਨੂੰ ਜਾ ਕੇ ਮਿਲੇ। ਜਦੋਂ ਲੀਜ਼ਾ ਗਰੀਸ਼ਾ ਨੂੰ ਮਿਲਦੀ ਹੈ ਤਾਂ ਗਰੀਸ਼ਾ ਉਸਨੂੰ ਸੌਰੀ ਬੋਲਦਾ ਹੈ ਤਾਂ ਲੀਜ਼ਾ ਉਸਨੂੰ ਮਾਫ਼ ਕਰ ਦਿੰਦੀ ਹੈ। ਕੁਝ ਦਿਨਾਂ ਬਾਅਦ ਇਸ ਪਿੰਡ ਵਿੱਚ ਇੱਕ ਬਹੁਤ ਵੱਡਾ ਫੈਸਟੀਵਲ ਹੁੰਦਾ ਹੈ ਜਿਸ 'ਚ ਇਹ ਕਿਹਾ ਜਾਂਦਾ ਹੈ ਕਿ ਇਹ ਰਾਤ ਜਿਸ ਲੜਕੇ ਜਾਂ ਲੜਕੀ ਦੇ ਨਾਲ ਤੁਸੀਂ ਬਿਤਾਓਗੇ ਉਹੀ ਜ਼ਿੰਦਗੀ ਵਿੱਚ ਤੁਹਾਡਾ ਪਾਰਟਨਰ ਬਣ ਜਾਏਗਾ। ਇਸ ਫੈਸਟੀਵਲ ਵਿੱਚ ਗਰੀਸ਼ਾ ਨੂੰ ਅਗਲਿਆ ਮਿਲਦੀ ਹੈ ਜੋ ਕਿ ਬੁੱਢੇ ਆਦਮੀ ਨਾਲ ਵਿਆਹ ਹੋਣ ਦੀ ਤਰੀਕ ਨਜ਼ਦੀਕ ਆਉਣ ਕਾਰਨ ਪਰੇਸ਼ਾਨ ਹੈ ਅਤੇ ਕਹਿ ਰਹੀ ਸੀ ਕਿ ਮੈਂ ਨਦੀ ਵਿੱਚ ਛਾਲ ਮਾਰ ਕੇ ਸੁਸਾਈਡ ਕਰ ਦਊਂਗੀ। ਉਹ ਨਦੀ ਵਿੱਚ ਛਾਲ ਮਾਰਨ ਲਈ ਚਲੀ ਜਾਂਦੀ ਹੈ। ਡਾਇਰੈਕਟਰ ਚਾਹੁੰਦੇ ਸਨ ਕਿ ਉਹ ਅਗਲਿਆ ਨੂੰ ਬਚਾਉਣ ਲਈ ਉਸਦੇ ਪਿੱਛੇ ਜਾਏ ਤਾਂ ਕਿ ਉਸ 'ਚ ਸਿੰਪੈਥੀ ਦਾ ਇਮੋਸ਼ਨ ਡਿਵੈਲਪ ਹੋ ਸਕੇ, ਲੇਕਿਨ ਗਰੀਸ਼ਾ ਉਸਦੇ ਪਿੱਛੇ ਨਹੀਂ ਜਾਂਦਾ ਪਰ ਉੱਥੇ ਬੈਠੀ ਲੀਜ਼ਾ ਦੇ ਕੋਲ ਆ ਕੇ ਗੱਲਾਂ ਕਰਨ ਲੱਗ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਤਾਂ ਫਿਊਚਰ ਵਿੱਚੋਂ ਆਇਆ ਹਾਂ ਅਤੇ ਉੱਥੇ ਬਹੁਤ ਸਾਰੀਆਂ ਟੈਕਨੋਲੋਜੀਜ਼ ਹਨ। ਉਦੋਂ ਹੀ ਉੱਥੇ ਗਰੀਸ਼ਾ ਦਾ ਫਰੈਂਡ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਅਗਲਿਆ ਨਦੀ ਵਿੱਚ ਡੁੱਬਣ ਗਈ ਹੈ ਤਾਂ ਗਰੀਸ਼ਾ ਨੂੰ ਯਾਦ ਆਉਂਦਾ ਹੈ ਕਿ ਉਹ ਸੁਸਾਈਡ ਕਰਨ ਦੀ ਗੱਲ ਕਰ ਰਹੀ ਸੀ ਤਾਂ ਗਰੀਸ਼ਾ ਅਗਲਿਆ ਨੂੰ ਬਚਾਉਣ ਲਈ ਨਦੀ ਵੱਲ ਜਾਂਦਾ ਹੈ ਅਤੇ ਉਸਨੂੰ ਬਚਾ ਲੈਂਦਾ ਹੈ। ਅਗਲਿਆ ਕਹਿੰਦੀ ਹੈ ਕਿ ਤੂੰ ਮੈਨੂੰ ਕਿਉਂ ਬਚਾਇਆ, ਮੈਂ ਇਹੋ ਜਿਹੀ ਜ਼ਿੰਦਗੀ ਨਹੀਂ ਜੀਣੀ, ਲੇਕਿਨ ਗਰੀਸ਼ਾ ਉਸਨੂੰ ਉਸਦੇ ਘਰ ਲੈ ਕੇ ਜਾਂਦਾ ਹੈ। ਅਗਲਿਆ ਗਰੀਸ਼ਾ ਦੇ ਕਲੋਜ਼ ਆਉਣ ਦੀ ਕੋਸ਼ਿਸ਼ ਕਰਦੀ ਹੈ ਲੇਕਿਨ ਉੱਥੋਂ ਉਹ ਚਲਾ ਜਾਂਦਾ ਹੈ। ਕੰਟਰੋਲ ਰੂਮ ਵਿੱਚ ਬੈਠੇ ਲੋਕਾਂ ਨੂੰ ਵੀ ਸਮਝ ਨਹੀਂ ਆਉਂਦਾ ਕਿ ਇਹ ਕਿੱਥੇ ਚਲੇ ਗਿਆ ਕਿਉਂਕਿ ਬਾਏ ਨੇਚਰ ਗਰੀਸ਼ਾ ਇੱਕ ਪਲੇਬॉय ਸੀ, ਲੇਕਿਨ ਅਗਲਿਆ ਨੂੰ ਛੱਡ ਕੇ ਗਰੀਸ਼ਾ ਆਪਣੇ ਫਰੈਂਡ ਦੇ ਕੋਲ ਜਾਂਦਾ ਹੈ ਅਤੇ ਪੁੱਛਦਾ ਹੈ ਕਿ ਲੀਜ਼ਾ ਕਿੱਥੇ ਰਹਿੰਦੀ ਹੈ, ਮੈਂ ਲੀਜ਼ਾ ਨੂੰ ਮਿਲਣਾ ਹੈ। ਕੰਟਰੋਲ ਰੂਮ ਤੋਂ ਲੀਜ਼ਾ ਨੂੰ ਇੰਸਟਰਕਸ਼ਨਸ ਪਾਸ ਕੀਤੀ ਜਾਂਦੀ ਹੈ ਕਿ ਗਰੀਸ਼ਾ ਤੈਨੂੰ ਮਿਲਣ ਆ ਰਿਹਾ, ਤੂੰ ਜਲਦੀ ਤਿਆਰ ਹੋ ਜਾ। ਲੀਜ਼ਾ ਸਾਰਿਆਂ ਨੂੰ ਲੁਕੋ ਲੈਂਦੀ ਹੈ ਅਤੇ ਆਪਣੇ ਆਪ ਨੂੰ ਪਿੰਡ ਦੇ ਕੱਪੜਿਆਂ ਵਿੱਚ ਤਿਆਰ ਰੱਖਦੀ ਹੈ। ਗਰੀਸ਼ਾ ਲੀਜ਼ਾ ਨੂੰ ਕਹਿੰਦਾ ਹੈ ਕਿ ਚਲੋ ਮੇਰੇ ਨਾਲ ਵਾਕ 'ਤੇ ਚੱਲੋ ਅਤੇ ਫੈਸਟੀਵਲ ਵਿੱਚ ਕਿਹਾ ਜਾਂਦਾ ਹੈ ਕਿ ਇਸ ਫੈਸਟੀਵਲ ਦੀ ਰਾਤ ਜੋ ਵੀ ਜਿਸ ਦੇ ਨਾਲ ਰਹੇਗਾ ਉਹੀ ਉਸਦਾ ਪਾਰਟਨਰ ਬਣੇਗਾ, ਸੱਚ ਹੋ ਜਾਏ। ਲੇਕਿਨ ਲੀਜ਼ਾ ਕਹਿੰਦੀ ਹੈ ਕਿ ਉਸਦੇ ਫਾਦਰ ਦੀ ਤਬੀਅਤ ਠੀਕ ਨਹੀਂ ਹੈ, ਇਸ ਲਈ ਉਹ ਨਹੀਂ ਜਾਏਗੀ। ਇਸ ਗੱਲ 'ਤੇ ਗਰੀਸ਼ਾ ਕਾਫੀ ਡਿਸਅਪੁਆਇੰਟ ਹੁੰਦਾ ਹੈ। ਅਗਲੇ ਦਿਨ ਡਾਇਰੈਕਟਰ ਲੀਜ਼ਾ ਨੂੰ ਸਮਝਾਉਂਦਾ ਹੈ ਕਿ ਗਰੀਸ਼ਾ ਦਾ ਇੰਟਰਸਟ ਹੁਣ ਅਗਲਿਆ ਤੋਂ ਹਟ ਗਿਆ ਹੈ ਅਤੇ ਹੁਣ ਉਹ ਤੇਰੇ 'ਚ ਇੰਟਰਸਟਡ ਹੈ, ਇਸ ਲਈ ਲੀਜ਼ਾ ਨੂੰ ਉਸਦੇ ਲਵ ਇੰਟਰਸਟ ਦਾ ਰੋਲ ਅਦਾ ਕਰਨਾ ਪਏਗਾ। ਲੀਜ਼ਾ ਦਾ ਇਹ ਨਵਾਂ ਰੋਲ ਲੀਜ਼ਾ ਦੇ ਬॉयਫ੍ਰੈਂਡ ਅਲੈਕਸੀ ਨੂੰ ਪਸੰਦ ਨਹੀਂ ਆਉਂਦਾ ਜੋ ਇੱਥੇ ਲੈਂਡ ਓਨਰ ਦੇ ਬੇਟੇ ਦਾ ਕਿਰਦਾਰ ਨਿਭਾ ਰਿਹਾ ਸੀ, ਲੇਕਿਨ ਲੀਜ਼ਾ ਉਸਨੂੰ ਕਹਿੰਦੀ ਹੈ ਕਿ ਆਪਾਂ ਸਭ ਗਰੀਸ਼ਾ ਨੂੰ ਚੰਗਾ ਇਨਸਾਨ ਬਣਾਉਣ ਲਈ ਆਏ ਹਾਂ ਅਤੇ ਹੁਣ ਆਪਣੇ ਸਭ ਦਾ ਸਾਥ ਹੀ ਇਸ ਪ੍ਰੋਜੈਕਟ ਨੂੰ ਸਫਲ ਬਣਾ ਸਕਦਾ ਹੈ। ਹੁਣ ਗਰੀਸ਼ਾ ਲੀਜ਼ਾ ਦੇ ਨਾਲ ਜ਼ਿਆਦਾ ਟਾਈਮ ਸਪੈਂਡ ਕਰਨ ਲੱਗਾ ਅਤੇ ਹੌਲੀ ਹੌਲੀ ਇਹਨਾਂ ਦੀ ਬੌਂਡਿੰਗ ਕਾਫੀ ਵਧੀਆ ਹੋ ਗਈ ਅਤੇ ਗਰੀਸ਼ਾ ਲੀਜ਼ਾ ਦੇ ਪਿਆਰ 'ਚ ਪੈ ਜਾਂਦਾ ਹੈ। ਦੁਪਹਿਰ ਨੂੰ ਜਦੋਂ ਉਹ ਦੋਵੇਂ ਘੁੰਮ ਰਹੇ ਸੀ ਤਾਂ ਦੇਖਦੇ ਹਨ ਕਿ ਆਸਮਾਨ ਵਿੱਚ ਇੱਕ ਪੰਛੀ ਅਜੀਬ ਤਰੀਕੇ ਨਾਲ ਉੱਡ ਰਿਹਾ ਹੈ। ਲੀਜ਼ਾ ਨੂੰ ਪਤਾ ਸੀ ਕਿ ਇਹ ਡਰੋਨ ਹੈ, ਇਸ ਲਈ ਉਹ ਡਿਸਟਰੈਕਟ ਕਰਨ ਦੀ ਕੋਸ਼ਿਸ਼ ਕਰਦੀ ਹੈ। ਕੰਟਰੋਲ ਰੂਮ ਵਿੱਚ ਐਨੈਸਟੀਸੀਆ ਸਨਾਈਪਰ ਨੂੰ ਕਹਿੰਦੀ ਹੈ ਕਿ ਜੇ ਕੁਝ ਹੋਇਆ ਤਾਂ ਡਰੋਨ ਨੂੰ ਸ਼ੂਟ ਕਰ ਦੇਣਾ, ਪਰ ਐਂਡ ਵਿੱਚ ਡਰੋਨ ਠੀਕ ਹੋ ਜਾਂਦਾ ਹੈ ਅਤੇ ਸਹੀ ਤਰੀਕੇ ਨਾਲ ਉੱਡਣ ਲੱਗਦਾ ਹੈ। ਉੱਧਰ ਅਲੈਕਸੀ ਅਤੇ ਅਗਲਿਆ ਦੋਨੋਂ ਹੀ ਗੁੱਸੇ ਸੀ ਕਿਉਂਕਿ ਅਲੈਕਸੀ ਦੀ ਗਰਲਫ੍ਰੈਂਡ ਨੂੰ ਗਰੀਸ਼ਾ ਦੇ ਨਾਲ ਰੋਮਾਂਸ ਕਰਨਾ ਸੀ ਅਤੇ ਅਗਲਿਆ ਨੂੰ ਲੀਜ਼ਾ ਨਾਲ ਰਿਪਲੇਸ ਕਰ ਦਿੱਤਾ ਗਿਆ ਸੀ। ਦੋਨੋਂ ਇੱਕ ਦੂਸਰੇ ਵੱਲ ਅਟਰੈਕਟ ਹੁੰਦੇ ਹਨ ਅਤੇ ਇੰਟੀਮੇਟ ਹੋਣ ਲੱਗ ਜਾਂਦੇ ਹਨ। ਉਸੇ ਟਾਈਮ ਲੀਜ਼ਾ ਅਤੇ ਗਰੀਸ਼ਾ ਉੱਥੇ ਆ ਜਾਂਦੇ ਹਨ। ਲੀਜ਼ਾ ਆਪਣੇ ਬॉयਫ੍ਰੈਂਡ ਨੂੰ ਦੂਸਰੀ
ਕੁੜੀ ਦੇ ਨਾਲ ਇੰਟੀਮੇਟ ਹੁੰਦਾ ਦੇਖ ਕੇ ਬਹੁਤ ਦੁਖੀ ਹੁੰਦੀ ਹੈ। ਅਗਲਿਆ ਅਤੇ ਅਲੈਕਸੀ ਨੂੰ ਡਾਇਰੈਕਟਰ ਬਹੁਤ ਡਾਂਟਦਾ ਹੈ ਅਤੇ ਕਹਿੰਦਾ ਹੈ ਕਿ ਤੁਹਾਡਾ ਦੋਵਾਂ ਦਾ ਰੋਲ ਭੈਣ ਭਰਾ ਦਾ ਹੈ ਅਤੇ ਤੁਸੀਂ ਘੱਟੋ ਘੱਟ ਸੈੱਟ 'ਤੇ ਤਾਂ ਰੁਕ ਜਾਂਦੇ। ਡਾਇਰੈਕਟਰ ਇਹਨਾਂ ਦੋਨਾਂ ਨੂੰ ਜੋਬ ਤੋਂ ਕੱਢ ਦਿੰਦਾ ਹੈ। ਉੱਧਰ ਲੀਜ਼ਾ ਆਪਣੇ ਬॉयਫ੍ਰੈਂਡ ਦੇ ਬਿਹੇਵੀਅਰ ਤੋਂ ਬਹੁਤ ਦੁਖੀ ਹੁੰਦੀ ਹੈ ਤਾਂ ਗਰੀਸ਼ਾ ਉਸਨੂੰ ਚੇਅਰ ਅਪ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਉਸਦੇ ਲਈ ਕੈਂਡਲ ਲਾਈਟ ਡਿਨਰ ਪ੍ਰਪੇਅਰ ਕਰਦਾ ਹੈ ਅਤੇ ਉਸਦੇ ਨਾਲ ਡਿਨਰ ਕਰਦਾ ਹੈ। ਡਿਨਰ ਤੋਂ ਬਾਅਦ ਇਹ ਦੋਵੇਂ ਥੋੜ੍ਹਾ ਟਾਈਮ ਸਪੈਂਡ ਕਰਦੇ ਨੇ ਅਤੇ ਗਰੀਸ਼ਾ ਲੀਜ਼ਾ ਨੂੰ ਕਹਿੰਦਾ ਕਿ ਅਗਰ ਤੂੰ ਫ੍ਰੀ ਹੈ ਤਾਂ ਮੈਂ ਤੇਰੇ ਨਾਲ ਵਿਆਹ ਕਰਾਉਣ ਲਈ ਤਿਆਰ ਹਾਂ। ਥੋੜ੍ਹੀ ਦੇਰ ਰੁਕਣ ਤੋਂ ਬਾਅਦ ਲੀਜ਼ਾ ਹਾਂ ਬੋਲ ਦਿੰਦੀ ਹੈ ਅਤੇ ਇਹ ਦੋਵੇਂ ਕਿਸ ਕਰਨ ਲੱਗ ਜਾਂਦੇ ਹਨ। ਕੰਟਰੋਲ ਰੂਮ ਵਿੱਚ ਖੁਸ਼ੀ ਦਾ ਮਾਹੌਲ ਹੁੰਦਾ ਕਿਉਂਕਿ ਜ਼ਿੰਦਗੀ ਵਿੱਚ ਪਹਿਲੀ ਵਾਰ ਸਿੰਪੈਥੀ ਅਤੇ ਲਵ ਦਾ ਇਮੋਸ਼ਨ ਗਰੀਸ਼ਾ ਦੇ ਅੰਦਰ ਜਾਗਿਆ, ਜਿਸ ਦੀ ਵਜ੍ਹਾ ਨਾਲ ਉਸਦੇ ਡੈਡ ਕਾਫੀ ਖੁਸ਼ ਸੀ। ਦੂਸਰੇ ਪਾਸੇ ਅਗਲਿਆ, ਜਿਸ ਨੂੰ ਸੈੱਟ ਤੋਂ ਬਾਹਰ ਕੱਢ ਦਿੱਤਾ ਗਿਆ ਸੀ, ਉਹ ਇੱਕ ਟੀਵੀ ਟਾਕ ਸ਼ੋਅ ਵਿੱਚ ਜਾ ਕੇ ਇੰਟਰਵਿਊ ਦਿੰਦੀ ਹੈ ਕਿ ਰਸ਼ੀਆ ਦੇ ਰਿਚੈਸਟ ਬਿਜ਼ਨਸਮੈਨ ਦੇ ਬੇਟੇ ਗਰੀਸ਼ਾ ਨੂੰ ਕਿਡਨੈਪ ਕੀਤਾ ਗਿਆ ਹੈ ਅਤੇ ਉੱਥੇ ਉਸਨੂੰ ਬਹੁਤ ਬੁਰੀ ਤਰ੍ਹਾਂ ਰੱਖਿਆ ਜਾ ਰਿਹਾ ਹੈ। ਰਸ਼ੀਆ ਦੀ ਪੁਲਿਸ ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੀ ਹੈ ਅਤੇ ਇਸ ਕਿਡਨੈਪਿੰਗ ਦੇ ਕੇਸ ਦੀ ਇਨਵੈਸਟੀਗੇਸ਼ਨ ਵਿੱਚ ਲੱਗ ਜਾਂਦੀ ਹੈ। ਇੱਧਰ ਗਰੀਸ਼ਾ ਦੇ ਫਾਦਰ ਪੈਨਿਕ ਹੋ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਸਭ ਕੁਝ ਸ਼ਟ ਡਾਊਨ ਕਰ ਦਿਓ, ਇੱਥੋਂ ਚੱਲੋ। ਪਰ ਡਾਇਰੈਕਟਰ ਕਹਿੰਦਾ ਹੈ ਕਿ ਇਨਵੈਸਟੀਗੇਸ਼ਨ ਨੂੰ ਇੱਥੇ ਤੱਕ ਪਹੁੰਚਣ 'ਚ ਥੋੜ੍ਹਾ ਟਾਈਮ ਲੱਗੇਗਾ, ਇਸ ਲਈ ਆਪਾਂ ਇਸ ਪੂਰੇ ਸੈਟਅਪ ਨੂੰ ਇੱਕ ਕਲਾਈਮੈਕਸ ਤੱਕ ਪਹੁੰਚਾ ਸਕਦੇ ਹਾਂ। ਉਹ ਡਿਸਾਈਡ ਕਰਦੇ ਹਨ ਕਿ ਹੁਣ ਇਸ ਪਿੰਡ 'ਤੇ ਮੰਗੋਲਸ ਦਾ ਅਟੈਕ ਹੋਏਗਾ। ਬਹੁਤ ਸਾਰੇ ਮੰਗੋਲਸ ਆਉਂਦੇ ਹਨ। ਪਿੰਡ ਵਾਲੇ ਇਹਨਾਂ ਨੂੰ ਫੂਡ ਆਫਰ ਕਰਦੇ ਹਨ, ਪਰ ਮੰਗੋਲਸ ਇੱਥੇ ਕੁਝ ਲੜਕੀਆਂ ਨੂੰ ਆਪਣੇ ਨਾਲ ਲਿਜਾਣਾ ਚਾਹੁੰਦੇ ਸਨ। ਉਹ ਭੀੜ ਵਿੱਚੋਂ ਇੱਕ ਲੜਕੀ ਨੂੰ ਚੁਣਦੇ ਹਨ ਤਾਂ ਉਸ ਲੜਕੀ ਦੇ ਫਾਦਰ ਮੰਗੋਲਸ ਕੋਲੋਂ ਆਪਣੀ ਬੇਟੀ ਦੀ ਭੀਖ ਮੰਗਦੇ ਹਨ, ਪਰ ਮੰਗੋਲ ਸਭ ਨੂੰ ਇੱਕ ਚਾਂਸ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਤੁਸੀਂ ਇੱਕ ਸੈਨਿਕ ਨਾਲ ਲੜੋ, ਅਗਰ ਤੁਸੀਂ ਜਿੱਤਦੇ ਹੋ ਤਾਂ ਤੁਹਾਡੀ ਬੇਟੀ ਫ੍ਰੀ ਹੋ ਜਾਏਗੀ। ਫਿਰ ਉਸ ਆਦਮੀ ਅਤੇ ਮੰਗੋਲਸ ਵਿੱਚ ਕਾਫੀ ਫਾਈਟ ਹੁੰਦੀ ਹੈ। ਉਹ ਦੋਵੇਂ ਅਸਲ 'ਚ ਕਾਫੀ ਚੰਗੇ ਸਟੰਟਮੈਨ ਹਨ ਜਿਨ੍ਹਾਂ ਨੂੰ ਡਾਇਰੈਕਟਰ ਨੇ ਕਾਫੀ ਜਲਦੀ ਪ੍ਰਪੇਅਰ ਕੀਤਾ ਹੁੰਦਾ ਹੈ। ਇਹ ਦੋਨੋਂ ਫਾਈਟ ਕਰਦੇ ਹਨ। ਸੈਨਿਕ ਉਸ ਲੜਕੀ ਦੇ ਫਾਦਰ ਦਾ ਸਿਰ ਹੀ ਕੱਟ ਦਿੰਦਾ ਜੋ ਕਿ ਫੇਕ ਸੀ। ਫਾਦਰ ਦਾ ਐਸਾ ਸੈਕਰੀਫਾਈਸ ਦੇਖ ਕੇ ਮੰਗੋਲਸ ਉਸ ਲੜਕੀ ਨੂੰ ਫ੍ਰੀ ਕਰ ਦਿੰਦੇ ਹਨ ਅਤੇ ਦੂਸਰੀ ਲੜਕੀ ਨੂੰ ਆਪਣੇ ਨਾਲ ਲਿਜਾਣ ਦੀ ਪਲੈਨਿੰਗ ਕਰਦੇ ਹਨ। ਉਹ ਲੀਜ਼ਾ ਨੂੰ ਚੂਜ਼ ਕਰਦੇ ਹਨ ਅਤੇ ਉਸਨੂੰ ਲਿਜਾਣ ਲੱਗਦੇ ਹਨ ਤਾਂ ਗਰੀਸ਼ਾ ਦਾ ਦੋਸਤ ਗਰੀਸ਼ਾ ਨੂੰ ਕਹਿੰਦਾ ਹੈ ਕਿ ਤੂੰ ਲੀਜ਼ਾ ਨੂੰ ਪ੍ਰੋਟੈਕਟ ਨਹੀਂ ਕਰੇਗਾ। ਗਰੀਸ਼ਾ ਕਨਫਿਊਜ਼ ਹੋ ਜਾਂਦਾ ਹੈ ਅਤੇ ਡਰ ਕੇ ਉੱਥੋਂ ਜਾਣ ਲੱਗਦਾ ਹੈ। ਸਭ ਨੂੰ ਇਹ ਗੱਲ ਕਾਫੀ ਸਰਪ੍ਰਾਈਜ਼ਿੰਗ ਲੱਗਦੀ ਹੈ ਕਿਉਂਕਿ ਉਹਨਾਂ ਸਾਰਿਆਂ ਨੂੰ ਲੱਗ ਰਿਹਾ ਸੀ ਕਿ ਉਹ ਲੀਜ਼ਾ ਨੂੰ ਪਿਆਰ ਕਰਦਾ ਹੈ ਅਤੇ ਕੰਟਰੋਲ ਰੂਮ ਵਿੱਚ ਵੀ ਕਾਫੀ ਡਿਸਅਪੁਆਇੰਟਮੈਂਟ ਹੋ ਜਾਂਦਾ ਹੈ। ਲੀਜ਼ਾ ਗਰੀਸ਼ਾ ਨੂੰ ਹੈਲਪ ਲਈ ਬੁਲਾਉਂਦੀ ਰਹਿ ਜਾਂਦੀ ਹੈ ਲੇਕਿਨ ਗਰੀਸ਼ਾ ਚਲਾ ਜਾਂਦਾ ਹੈ। ਗਰੀਸ਼ਾ ਥੋੜ੍ਹੀ ਦੇਰ ਬਾਅਦ ਇੱਕ ਘੋੜੇ 'ਤੇ ਬੈਠ ਕੇ ਆਉਂਦਾ ਹੈ ਅਤੇ ਮੰਗੋਲਸ ਨਾਲ ਥੋੜ੍ਹੀ ਫਾਈਟ ਕਰਨ ਤੋਂ ਬਾਅਦ ਲੀਜ਼ਾ ਨੂੰ ਉੱਥੋਂ ਘੋੜੇ 'ਤੇ ਬਿਠਾ ਕੇ ਲੈ ਜਾਂਦਾ ਹੈ। ਗਰੀਸ਼ਾ ਦੇ ਜਾਣ ਤੋਂ ਥੋੜ੍ਹੀ ਦੇਰ 'ਚ ਹੀ ਉੱਥੇ ਪੁਲਿਸ ਆ ਜਾਂਦੀ ਹੈ, ਪਰ ਗਰੀਸ਼ਾ ਇੱਥੇ ਸੀ ਹੀ ਨਹੀਂ ਤਾਂ ਡਾਇਰੈਕਟਰ ਕਹਿੰਦਾ ਹੈ ਕਿ ਮੇਰੀ ਮੂਵੀ ਦੀ ਸ਼ੂਟਿੰਗ ਚੱਲ ਰਹੀ ਹੈ ਅਤੇ ਪੁਲਿਸ ਇਸ ਵਿੱਚ ਕੁਝ ਨਹੀਂ ਕਰ ਸਕਦੀ ਕਿਉਂਕਿ ਸ਼ੂਟਿੰਗ ਕਰਨਾ ਤਾਂ ਕੋਈ ਕ੍ਰਾਈਮ ਨਹੀਂ ਹੈ। ਪੁਲਿਸ ਚੁੱਪਚਾਪ ਉੱਥੋਂ ਚਲੇ ਜਾਂਦੀ ਹੈ। ਹੁਣ ਗਰੀਸ਼ਾ ਅਤੇ ਲੀਜ਼ਾ ਘੋੜੇ 'ਤੇ ਚੱਲਦੇ ਚੱਲਦੇ ਪਿੰਡ ਦੀ ਲਿਮਿਟ ਤੋਂ ਬਾਹਰ ਚਲੇ ਜਾਂਦੇ ਹਨ ਅਤੇ ਉੱਥੇ ਉਹਨਾਂ ਨੂੰ ਇੱਕ ਮਾਡਰਨ ਪੈਟਰੋਲ ਪੰਪ ਦਿਖਦਾ ਹੈ, ਜਿਸ ਤੋਂ ਗਰੀਸ਼ਾ ਕਾਫੀ ਕਨਫਿਊਜ਼ ਹੋ ਜਾਂਦਾ ਹੈ। ਪੋਲ ਖੁੱਲ੍ਹਦੀ ਹੋਈ ਦੇਖ ਕੇ ਲੀਜ਼ਾ ਸਭ ਕੁਝ ਦੱਸਣ ਹੀ ਵਾਲੀ ਹੁੰਦੀ ਹੈ ਤਾਂ ਉਸੇ ਟਾਈਮ ਸਨਾਈਪਰ ਟਰੰਕੁਲਾਈਜ਼ਰ ਨਾਲ ਗਰੀਸ਼ਾ ਨੂੰ ਬੇਹੋਸ਼ ਕਰ ਦਿੰਦਾ ਹੈ। ਅਗਲੇ ਦਿਨ ਗਰੀਸ਼ਾ ਹਸਪੀਟਲ ਵਿੱਚ ਹੁੰਦਾ ਹੈ ਅਤੇ ਫਾਦਰ ਉਸਨੂੰ ਦੱਸਦੇ ਹਨ ਕਿ ਤੂੰ 3 ਮਹੀਨੇ ਪਹਿਲਾਂ ਹੋਏ ਕਾਰ ਐਕਸੀਡੈਂਟ ਦੌਰਾਨ ਕੋਮਾ 'ਚ ਸੀ ਅਤੇ ਅੱਜ ਹੀ ਹੋਸ਼ ਵਿੱਚ ਆਇਆ ਹੈ। ਗਰੀਸ਼ਾ ਹੁਣ ਆਪਣੀ ਉਹੀ ਲਗਜ਼ਰੀ ਕਾਰ ਚਲਾ ਰਿਹਾ ਹੈ, ਪਰ ਹੁਣ ਉਹ ਉਸ ਕਾਰ ਨੂੰ ਇੰਜੋਏ ਨਹੀਂ ਕਰ ਪਾ ਰਿਹਾ। ਨਾਈਟ ਪਾਰਟੀ 'ਚ ਵੀ ਜਾਂਦਾ ਹੈ ਤਾਂ ਉਸਨੂੰ ਉਹ ਮਜ਼ਾ ਨਹੀਂ ਆ ਰਿਹਾ ਜੋ 3 ਮਹੀਨੇ ਪਹਿਲਾਂ ਹੁੰਦਾ ਸੀ। ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਦੀ ਵਜ੍ਹਾ ਨਾਲ ਆਪਣੀ ਲਗਜ਼ਰੀ ਕਾਰ ਉਸ ਪੁਲਿਸ ਵਾਲੇ ਨੂੰ ਦੇ ਦਿੰਦਾ ਹੈ ਜਿਸ ਨੂੰ ਉਸਨੇ ਹਸਪੀਟਲ ਪਹੁੰਚਾ ਦਿੱਤਾ ਸੀ। ਇੱਕ ਦਿਨ ਨਾਈਟ ਕਲੱਬ ਵਿੱਚ ਗਰੀਸ਼ਾ ਅਲੈਕਸੀ ਅਤੇ ਅਗਲਿਆ ਨੂੰ ਦੇਖਦਾ ਹੈ ਅਤੇ ਉਹਨਾਂ ਨੂੰ ਪੁੱਛਦਾ ਹੈ ਕਿ ਲੀਜ਼ਾ ਕਿੱਥੇ ਹੈ ਤਾਂ ਅਲੈਕਸੀ ਅਤੇ ਅਗਲਿਆ ਮਿਲ ਕੇ ਗਰੀਸ਼ਾ ਨੂੰ ਪਿੰਡ ਦੇ ਪੂਰੇ ਸੈਟਅਪ ਬਾਰੇ ਦੱਸ ਦਿੰਦੇ ਹਨ ਅਤੇ ਉਸਨੂੰ ਲੀਜ਼ਾ ਕੋਲ ਲੈ ਜਾਂਦੇ ਹਨ। ਗਰੀਸ਼ਾ ਲੀਜ਼ਾ ਨੂੰ ਮਿਲਦਾ ਹੈ ਅਤੇ ਕਹਿੰਦਾ ਹੈ ਉਸਨੇ ਜੋ ਵੀ ਕਿਹਾ ਉਹ ਸੱਚ ਹੈ, ਉਹ ਅੱਜ ਵੀ ਉਸਨੂੰ ਪਿਆਰ ਕਰਦਾ ਹੈ। ਉਹ ਵੀ ਉਸਨੂੰ ਪਿਆਰ ਕਰਦੀ ਹੈ ਅਤੇ ਦੋਨੋਂ ਮਿਲ ਕੇ ਕਿਸ ਕਰਦੇ ਹਨ। ਕੁਝ ਦਿਨਾਂ ਬਾਅਦ ਅਸੀਂ ਦੇਖਦੇ ਹਾਂ ਕਿ ਗਰੀਸ਼ਾ ਦੇ ਫਾਦਰ ਐਨੈਸਟੀਸੀਆ ਨਾਲ ਵਿਆਹ ਕਰਵਾ ਲੈਂਦੇ ਹਨ। ਗਰੀਸ਼ਾ ਆਪਣੇ ਫਾਦਰ ਨੂੰ ਥੈਂਕਸ ਕਹਿੰਦਾ ਹੈ ਕਿ ਉਹਨਾਂ ਨੇ ਉਸਨੂੰ ਇੱਕ ਬੈਟਰ ਪਰਸਨ ਬਣਾਇਆ, ਇਸ ਅਜੀਬ ਪ੍ਰੋਜੈਕਟ ਵਿੱਚ ਪਾ ਕੇ ਉਸਨੂੰ ਸੁਧਾਰ ਲਿਆ ਅਤੇ ਉਹ ਫਾਦਰ ਦੇ ਗਲੇ ਲੱਗ ਜਾਂਦਾ ਹੈ। ਹੁਣ ਗਰੀਸ਼ਾ ਨੇ ਜ਼ਿੰਦਗੀ ਦਾ ਪੇਸ਼ਾ ਹੀ ਇਹ ਬਣਾ ਲਿਆ ਹੈ ਕਿ ਰਿਚ ਵਿਗੜੇ ਹੋਏ ਬੱਚਿਆਂ ਨੂੰ ਇੱਥੇ ਲਿਆਂਦਾ ਜਾਏਗਾ ਅਤੇ ਉਹ ਉਹਨਾਂ ਨੂੰ ਸੁਧਾਰਨ ਲਈ ਇਸ ਕ੍ਰੇਜ਼ੀ ਪ੍ਰੋਜੈਕਟ ਵਿੱਚ ਕੰਮ ਕਰੇਗਾ। ਇਸੇ ਨਾਲ ਹੀ ਇਹ ਮੂਵੀ ਖਤਮ ਹੋ ਜਾਂਦੀ ਹੈ। ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਥੈਂਕ ਯੂ ਫॉर ਵਾਚਿੰਗ।